ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਇੱਕ ਛੋਟੀ ਜੀ ਕਹਾਣੀ ਲੈ ਕੇ। ਵਿਆਹ ਦੇ 10 ਸਾਲ ਬਾਅਦ ਪਤੀ ਨੇ ਬਾਂਝ ਕਹਿ ਕੇ ਮੈਨੂੰ ਤਲਾਕ ਦੇ ਦਿੱਤਾ। ਮੈਂ ਆਪਣੀ ਮਾਂ ਦੇ ਘਰ ਆ ਗਈ। ਮਾਂ ਦੇ ਘਰ ਨੌਕਰਾਣੀ ਰੋਜ਼ ਸਫਾਈ ਕਰਨ ਆਉਂਦੀ ਤਾਂ ਮੈਨੂੰ ਕਹਿੰਦੀ ਕਿ ਤੇਰਾ ਨਸੀਬ ਤੇਰੀ ਮਾਂ ਨੇ ਖਰਾਬ ਕੀਤਾ। ਉਸਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਜਾਂਦੀ ਕਿ ਇਹ ਕੀ ਬੋਲ ਰਹੀ ਹੈ। ਪਰ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਸਾਰੇ ਉਸਨੂੰ ਹਸਪਤਾਲ ਲੈ ਗਏ। ਮੈਂ ਪੈਸੇ ਲੈਣ ਦੇ ਲਈ ਮਾਂ ਦੇ ਕਮਰੇ ਵਿੱਚ ਗਈ। ਕਮਰੇ ਵਿੱਚ ਮੇਰੀ ਨਿਗਾਹ ਇੱਕ ਅਜਿਹੀ ਚੀਜ਼ 'ਤੇ ਪਈ ਕਿ ਉਸਨੂੰ ਦੇਖਦਿਆਂ ਹੀ ਮੈਂ ਬੇਹੋਸ਼ ਹੋ ਗਈ, ਕਿਉਂਕਿ ਉੱਥੇ ਤਾਂ ਮੇਰਾ ਪਤੀ ਸਵੇਰ ਦਾ ਘਰੋਂ ਗਿਆ, ਅਜੇ ਤੱਕ ਘਰ ਵਾਪਸ ਨਹੀਂ ਆਇਆ। ਹਨੇਰਾ ਵੀ ਹੋ ਚੁੱਕਿਆ ਸੀ ਤੇ ਬੱਦਲ ਵੀ ਬਹੁਤ ਸਨ। ਆਸਮਾਨ 'ਤੇ ਬਿਜਲੀ ਵੀ ਕੜਕ ਰਹੀ ਸੀ। ਇਹ ਸਭ ਕੁਝ ਵੇਖ ਕੇ ਮੈਨੂੰ ਬਹੁਤ ਡਰ ਲੱਗਦਾ ਸੀ। ਮੈਨੂੰ ਰਣਵੀਰ ਦੀ ਵੀ ਬਹੁਤ ਫਿਕਰ ਹੁੰਦੀ ਕਿ ਅਜੇ ਤੱਕ ਉਹ ਘਰ ਨਹੀਂ ਆਇਆ। ਬਹੁਤ ਰਾਤ ਹੋ ਚੁੱਕੀ ਸੀ। ਕੁਝ ਟਾਈਮ ਬਾਅਦ ਰਣਵੀਰ ਘਰ ਆ ਗਿਆ। ਉਸਨੂੰ ਵੇਖ ਕੇ ਮੇਰੀ ਜਾਨ ਵਿੱਚ ਜਾਨ ਗਈ। ਡਰ ਦੇ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ। ਰਣਵੀਰ ਨੇ ਮੈਨੂੰ ਰੋਂਦਿਆਂ ਹੋਇਆਂ ਵੇਖ ਕੇ ਕਿਹਾ, ਤੂੰ ਰੋ ਕਿਉਂ ਰਹੀ ਹੈ? ਰਣਵੀਰ ਦੇ ਸਵਾਲ 'ਤੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਕਿਹਾ, ਮੈਨੂੰ ਤੁਹਾਡੀ ਬਹੁਤ ਫਿਕਰ ਹੋ ਰਹੀ ਸੀ ਤੇ ਉੱਤੋਂ ਮੀਂਹ ਤੇ ਬਿਜਲੀ ਇੰਨੀ ਜ਼ਿਆਦਾ ਕੜਕ ਰਹੀ ਸੀ ਕਿ ਮੇਰਾ ਤਾਂ ਦਿਲ ਬਹੁਤ ਡਰ ਰਿਹਾ ਸੀ। ਮੈਂ ਸੋਚਿਆ, ਇੰਨੀ ਰਾਤ ਹੋ ਗਈ ਤੇ ਤੁਸੀਂ ਅਜੇ ਤੱਕ ਘਰ ਨਹੀਂ ਆਏ, ਇਸ ਲਈ ਮੈਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ। ਫਿਰ ਰਣਵੀਰ ਕਹਿੰਦਾ ਕਿ ਤੂੰ ਮੇਰੇ ਇੰਨੀ ਫਿਕਰ ਕਿਉਂ ਕਰਦੀ ਆਂ? ਫਿਰ ਮੈਂ ਕਿਹਾ, ਆਪਾਂ ਦੋਨੋਂ ਪਤੀ ਪਤਨੀ ਹਾਂ ਤਾਂ ਹਮੇਸ਼ਾ ਹੀ ਪਤੀ ਦੀ ਫਿਕਰ ਇੱਕ ਪਤਨੀ ਨੂੰ ਹੀ ਹੁੰਦੀ ਹੈ। ਫਿਰ ਰਣਵੀਰ ਨੇ ਹੱਸਦੇ ਹੋਏ ਕਿਹਾ, ਪਰ ਮੈਨੂੰ ਤਾਂ ਤੇਰੇ ਤੋਂ ਨਫ਼ਰਤ ਹੋ ਚੁੱਕੀ ਹੈ। ਆਪਣੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਤੇ ਤੂੰ ਅੱਜ ਤੱਕ ਮੈਨੂੰ ਦਿੱਤਾ ਹੀ ਕੀ ਹੈ? ਔਲਾਦ ਦੀ ਫਿਕਰ ਮੈਨੂੰ ਅੰਦਰ ਹੀ ਅੰਦਰ ਖਾਂਦੀ ਰਹਿੰਦੀ ਹੈ। ਆਪਣੇ ਵਿਆਹ ਨੂੰ ਇੰਨੇ ਸਾਲ ਹੋ ਚੁੱਕੇ ਹਨ ਤੇ ਤੂੰ ਮੈਨੂੰ ਇੱਕ ਬੱਚਾ ਵੀ ਨਹੀਂ ਦੇ ਸਕੀ। ਵਿਆਹ ਦੇ ਇੰਨੇ ਸਾਲਾਂ ਤੱਕ ਮੈਂ ਤੇਰੇ ਨਾਲ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਕਿ ਤੇਰਾ ਮਨ ਦੁਖੀ ਨਾ ਹੋਵੇ, ਪਰ ਹੁਣ ਬਹੁਤ ਹੋ ਚੁੱਕਿਆ। ਆਖਿਰ ਕਦੋਂ ਤੱਕ ਮੈਂ ਬੇਔਲਾਦ ਰਹਾਂਗਾ? ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ। ਤੂੰ ਆਪਣੀ ਮਾਂ ਦੇ ਘਰ ਜਾ ਕੇ ਰਹਿ ਸਕਦੀ ਹੈ। ਮੈਂ ਤਲਾਕ ਦੇ ਪੇਪਰ ਉੱਥੇ ਹੀ ਭੇਜ ਦੇਵਾਂਗਾ। ਰਣਵੀਰ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਕਿ ਅਚਾਨਕ ਰਣਵੀਰ ਨੂੰ ਕੀ ਹੋ ਗਿਆ। ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਰਣਵੀਰ ਨੇ ਮੈਨੂੰ ਇਹੋ ਜਿਹੀ ਸਜ਼ਾ ਸੁਣਾਈ ਸੀ ਜਿਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਸਾਰੀ ਰਾਤ ਰੋਂਦੀ ਗਈ। ਜਦੋਂ ਸਵੇਰ ਹੋਈ ਤਾਂ ਮੈਂ ਬਿਨਾਂ ਸਮਾਨ ਪੈਕ ਕੀਤੇ ਉੱਥੋਂ ਚਲੀ ਗਈ। ਪੇਕੇ ਜਾਂਦਿਆਂ ਵਕਤ ਮੈਂ ਸੋਚ ਰਹੀ ਸੀ ਕਿ ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ ਤਾਂ ਉਹਨਾਂ 'ਤੇ ਕੀ ਬੀਤੇਗੀ। ਇਹ ਸਭ ਸੋਚਦੇ ਮੈਂ ਉੱਥੇ ਪਹੁੰਚ ਗਈ। ਸਵੇਰ ਦਾ ਟਾਈਮ ਸੀ। ਮੈਂ ਦੇਖਿਆ ਕਿ ਪਾਪਾ ਖੇਤ ਤੋਂ ਆ ਰਹੇ ਸਨ। ਮੈਨੂੰ ਵੇਖਦਿਆਂ ਹੀ ਮੇਰੇ ਕੋਲ ਆ ਗਏ ਤੇ ਮੈਨੂੰ ਪੁੱਛਣ ਲੱਗ ਪਏ ਕਿ ਕੀ ਗੱਲ ਦੀਪ, ਤੂੰ ਇੰਨੀ ਸਵੇਰੇ ਸਵੇਰੇ ਇੱਥੇ ਕਿਵੇਂ? ਸਭ ਕੁਝ ਠੀਕ ਤਾਂ ਹੈ? ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਂ ਕਿਹਾ, ਕੁਝ ਠੀਕ ਨਹੀਂ ਪਾਪਾ, ਰਣਵੀਰ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਉਹ ਮੇਰੇ ਤੋਂ ਤਲਾਕ ਲੈਣਾ ਚਾਹੁੰਦਾ ਹੈ। ਮੇਰੀ ਗੱਲ ਸੁਣਦਿਆਂ ਹੀ ਪਾਪਾ ਉੱਥੇ ਹੀ ਡਿੱਗ ਪਏ। ਮੈਂ ਰਸੋਈ ਵਿੱਚ ਸੀ। ਪਾਪਾ ਦੇ ਡਿੱਗਣ ਦੀ ਆਵਾਜ਼ ਸੁਣ ਕੇ ਜਲਦੀ ਜਲਦੀ ਬਾਹਰ ਆਏ। ਅਸੀਂ ਤੁਰੰਤ ਹੀ ਉਹਨਾਂ ਨੂੰ ਹਸਪੀਟਲ ਲੈ ਗਏ। ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਦਵਾਈ ਲੈ ਕੇ ਪਾਪਾ ਨੂੰ ਘਰ ਲੈ ਆਏ। ਘਰ ਆਉਣ ਤੋਂ ਬਾਅਦ ਮੈਂ ਬਹੁਤ ਸ਼ਰਮਿੰਦਾ ਸੀ ਕਿ ਮੇਰੀ ਵਜ੍ਹਾ ਨਾਲ ਅੱਜ ਪਾਪਾ ਦੀ ਇਹ ਹਾਲਤ ਹੋ ਗਈ। ਮਾਂ ਨੇ ਮੇਰੇ ਚਿਹਰੇ ਨੂੰ ਪੜ੍ਹ ਲਿਆ ਸੀ ਤੇ ਮੇਰਾ ਹੱਥ ਫੜ ਕੇ ਕਹਿੰਦੀ, ਧੀਏ, ਇਹ ਸਭ ਤਾਂ ਕਰਮਾਂ ਦੀ ਖੇਡ ਹੈ। ਤੂੰ ਫਿਕਰ ਨਾ ਕਰਿਆ ਕਰ। ਇਸ ਵਿੱਚ ਤੇਰਾ ਕੋਈ ਕਸੂਰ ਨਹੀਂ। ਤੂੰ ਤਾਂ ਪਹਿਲਾਂ ਹੀ ਇੰਨੀ ਵੱਡੀ ਸਜ਼ਾ ਵਿੱਚੋਂ ਲੰਘ ਰਹੀ ਹੈ। ਮਾਂ ਨੇ ਮੈਨੂੰ ਹੌਸਲਾ ਦੇ ਕੇ ਬਹੁਤ ਸਮਝਾਇਆ। ਉਸ ਦਿਨ ਤੋਂ ਮੈਂ ਆਪਣੇ ਪਾਪਾ ਦੀ ਸੇਵਾ ਵਿੱਚ ਲੱਗੀ ਰਹਿੰਦੀ, ਪਰ ਜਦੋਂ ਵੀ ਇਕੱਲੀ ਹੁੰਦੀ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਪੈਂਦੀ ਕਿ ਮੇਰੇ ਨਾਲ ਇਹ ਸਭ ਕੁਝ ਕੀ ਹੋ ਗਿਆ। ਜਦੋਂ ਪਤੀ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਸੀ, ਅਚਾਨਕ ਉਸਨੇ ਮੈਨੂੰ ਛੱਡ ਕਿਵੇਂ ਦਿੱਤਾ? ਇਹ ਸਵਾਲ ਬਾਰ-ਬਾਰ ਮੇਰੇ ਦਿਮਾਗ ਵਿੱਚ ਆਉਂਦਾ ਰਹਿੰਦਾ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ। ਉਦੋਂ ਹੀ ਸਾਡੀ ਨੌਕਰਾਣੀ ਮੇਰੇ ਕਮਰੇ ਵਿੱਚ ਸਫਾਈ ਕਰਨ ਆਈ। ਮੈਂ ਉਸ ਵਕਤ ਰੋ ਰਹੀ ਸੀ। ਮੈਨੂੰ ਰੋਂਦੀ ਹੋਈ ਵੇਖ ਕੇ ਕਹਿਣ ਲੱਗੀ, ਦੀਦੀ, ਇੱਕ ਗੱਲ ਕਹਾਂ? ਮੈਂ ਕਿਹਾ, ਹਾਂ ਦੱਸ, ਕੀ ਗੱਲ ਹੈ? ਫਿਰ ਕਹਿੰਦੀ, ਦੀਦੀ,
ਮੈਨੂੰ ਅੱਜ ਕੱਲ੍ਹ ਦੇ ਲੋਕਾਂ ਵੱਲ ਵੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਬਰਬਾਦ ਹੁੰਦਾ ਵੇਖ ਕੇ ਖੁਸ਼ ਹੁੰਦੇ ਹਨ। ਮੈਂ ਘਬਰਾ ਕੇ ਪੁੱਛਿਆ, ਕੀ ਮਤਲਬ ਹੈ ਤੇਰਾ? ਉਸ ਤੋਂ ਬਾਅਦ ਉਸਨੇ ਜੋ ਮੈਨੂੰ ਦੱਸਿਆ ਮੈਂ ਤਾਂ ਸੁਣ ਕੇ ਸੁੰਨ ਹੀ ਹੋ ਗਈ। ਉਸਨੇ ਕਿਹਾ, ਦੀਦੀ, ਤੁਹਾਡੀ ਇਸ ਹਾਲਤ ਦੀ ਜ਼ਿੰਮੇਵਾਰ ਤੁਹਾਡੀ ਮਾਂ ਹੈ। ਉਹ ਤੁਹਾਨੂੰ ਇਸ ਹਾਲਤ ਵਿੱਚ ਵੇਖ ਕੇ ਬਹੁਤ ਖੁਸ਼ ਹੁੰਦੀ ਹੋਵੇਗੀ। ਉਸਦੀ ਗੱਲ ਸੁਣ ਕੇ ਮੈਂ ਇੱਕਦਮ ਉੱਠ ਕੇ ਖੜੀ ਹੋ ਗਈ। ਮੈਂ ਘਬਰਾ ਕੇ ਕਿਹਾ, ਤੂੰ ਇਹ ਕੀ ਕਹਿ ਰਹੀ ਹੈ? ਉਸਨੇ ਕਿਹਾ, ਮੈਂ ਜੋ ਕੁਝ ਵੀ ਬੋਲ ਰਹੀ ਹਾਂ ਬਿਲਕੁਲ ਸੱਚ ਹੈ। ਅੱਗੇ ਉਹ ਕੁਝ ਮੈਨੂੰ ਦੱਸਦੀ, ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਉਹ ਨੌਕਰਾਣੀ ਨੂੰ ਗੁੱਸੇ ਵਿੱਚ ਘੂਰਨ ਲੱਗੀ। ਮਾਂ ਨੇ ਕਿਹਾ, ਤੂੰ ਇੱਥੇ ਵਿਹਲੀ ਬੈਠੀ ਗੱਲਾਂ ਕਰ ਰਹੀ ਹੈ ਤੇ ਬਾਕੀ ਦੇ ਕੰਮ ਕੌਣ ਕਰੇਗਾ? ਉੱਠ ਤੇ ਜਾ ਕੇ ਦੂਜੇ ਕੰਮ ਕਰ ਲੈ। ਨੌਕਰਾਣੀ ਦੇ ਜਾਣ ਤੋਂ ਬਾਅਦ ਮਾਂ ਨੇ ਕਿਹਾ ਕਿ ਇਸ ਨੀਲਮ ਨੂੰ ਜ਼ਿਆਦਾ ਮੂੰਹ ਲਾਉਣ ਦੀ ਜ਼ਰੂਰਤ ਨਹੀਂ ਤੇ ਇਸ ਨਾਲ ਜ਼ਿਆਦੀਆਂ ਗੱਲਾਂ ਵੀ ਨਾ ਕਰਿਆ ਕਰ। ਇਹ ਇੱਕ ਨੰਬਰ ਦੀ ਝੂਠੀ ਤੇ ਧੋਖੇਬਾਜ਼ ਔਰਤ ਹੈ। ਇਹਨੂੰ ਇੱਕ ਘਰ ਦੀ ਗੱਲ ਸੁਣ ਕੇ ਦੂਜੇ ਘਰ ਕਰਨ ਦੀ ਆਦਤ ਹੈ। ਮੈਂ ਕਿਹਾ, ਮਾਂ, ਪਰ ਨੀਲਮ ਤਾਂ ਸ਼ਕਲ ਤੋਂ ਏਦਾਂ ਦੀ ਨਹੀਂ ਲੱਗਦੀ। ਮਾਂ ਨੇ ਕਿਹਾ, ਤੂੰ ਸ਼ਕਲ ਸੂਰਤ 'ਤੇ ਨਾ ਜਾਇਆ ਕਰ। ਸ਼ਕਲ ਤਾਂ ਤੈਨੂੰ ਰਣਵੀਰ ਦੀ ਵੀ ਬਹੁਤ ਵਧੀਆ ਲੱਗਦੀ ਸੀ। ਰਣਵੀਰ ਨੂੰ ਪਸੰਦ ਕਰਨ ਤੋਂ ਬਾਅਦ ਤੂੰ ਮੇਰੀ ਤੇ ਆਪਣੇ ਪਾਪਾ ਦੀ ਇੱਕ ਵੀ ਨਾ ਸੁਣੀ। ਸਾਡੇ ਲੱਖ ਸਮਝਾਉਣ ਤੋਂ ਬਾਅਦ ਵੀ ਤੂੰ ਰਣਵੀਰ ਨਾਲ ਹੀ ਵਿਆਹ ਕਰਾਉਣ ਦੀ ਜਿੱਦ ਕਰਦੀ ਰਹੀ। ਹੁਣ ਦੱਸ, ਪਤਾ ਲੱਗਾ ਆਪਣੀਆਂ ਮਰਜ਼ੀਆਂ ਕਰਨ ਦਾ ਕੀ ਨਤੀਜਾ ਨਿਕਲਿਆ। ਤੇਰੇ ਪਿਆਰ ਨੂੰ ਤਾਂ ਉਸਨੇ ਬਿਲਕੁਲ ਵੀ ਨਾ ਸਮਝਿਆ। ਔਲਾਦ ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦੀ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਪਣੀਆਂ ਪਤਨੀਆਂ ਨੂੰ ਘਰੋਂ ਹੀ ਕੱਢ ਦੇਣ। ਮਾਂ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਮੈਂ ਕੰਬ ਗਈ ਸੀ। ਫਿਰ ਉਹ ਜ਼ੋਰ ਦੀ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ। ਮਾਂ ਨੇ ਮੈਨੂੰ ਪੁਰਾਣੇ ਦਿਨ ਯਾਦ ਕਰਾ ਦਿੱਤੇ, ਜਿਨ੍ਹਾਂ ਨੂੰ ਮੈਂ ਜ਼ਿੰਦਗੀ ਵਿੱਚ ਕਦੀ ਯਾਦ ਨਹੀਂ ਸੀ ਕਰਨਾ ਚਾਹੁੰਦੀ। ਮੇਰੇ ਦਿਮਾਗ ਵਿੱਚ ਉਹ ਪੁਰਾਣੇ ਦਿਨ ਘੁੰਮਣ ਲੱਗੇ ਜਦੋਂ ਮੈਂ ਰਣਵੀਰ ਨੂੰ ਪਹਿਲੀ ਵਾਰ ਮਿਲੀ ਸੀ। ਮੈਂ ਤੇ ਰਣਵੀਰ ਇੱਕੋ ਹੀ ਕਾਲਜ ਵਿੱਚ ਪੜ੍ਹਦੇ ਸੀ। ਇੱਕ ਦਿਨ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਈ ਤੇ ਬੱਦਲ ਵੀ ਬਹੁਤ ਗਰਜਣ ਲੱਗ ਪਏ। ਮੈਂ ਬਹੁਤ ਡਰ ਗਈ ਸੀ ਤੇ ਕਲਾਸ ਵਿੱਚ ਸਾਰੇ ਮੇਰਾ ਮਜ਼ਾਕ ਬਣਾਉਣ ਲੱਗ ਪਏ। ਉਦੋਂ ਅੱਗੇ ਆ ਕੇ ਰਣਵੀਰ ਨੇ ਮੇਰਾ ਸਾਥ ਦਿੱਤਾ। ਰਣਵੀਰ ਮੇਰਾ ਕਲਾਸਮੇਟ ਸੀ। ਉਸਨੇ ਕਿਹਾ, ਮੇਰੀ ਵੀ ਇੱਕ ਛੋਟੀ ਭੈਣ ਹੈ। ਉਹ ਬਿਲਕੁਲ ਤੇਰੇ ਤਰ੍ਹਾਂ ਹੀ ਬੱਦਲਾਂ ਤੋਂ ਬਹੁਤ ਜ਼ਿਆਦਾ ਡਰਦੀ ਹੈ। ਤੇ ਫਿਰ ਉਹ ਮੇਰਾ ਬੱਦਲਾਂ ਦਾ ਧਿਆਨ ਭੜਕਾਉਣ ਲਈ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ। ਫਿਰ ਗੱਲਾਂ ਵਿੱਚ ਮੈਨੂੰ ਬੱਦਲਾਂ ਤੋਂ ਬਿਲਕੁਲ ਵੀ ਡਰ ਨਾ ਲੱਗਾ। ਰਣਵੀਰ ਨੇ ਉਸ ਦਿਨ ਮੇਰਾ ਬਹੁਤ ਖਿਆਲ ਰੱਖਿਆ। ਉਸਨੇ ਇਸ ਵਿਵਹਾਰ ਤੋਂ ਮੈਂ ਬਹੁਤ ਖੁਸ਼ ਹੋਈ ਸੀ ਕਿ ਕੋਈ ਤਾਂ ਹੈ ਜੋ ਮੈਨੂੰ ਸਮਝ ਸਕਦਾ ਹੈ, ਨਹੀਂ ਤਾਂ ਸਾਰੇ ਮੇਰਾ ਮਜ਼ਾਕ ਬਣਾ ਰਹੇ ਸੀ। ਫਿਰ ਐਵੇਂ ਹੌਲੀ ਹੌਲੀ ਸਾਡੀ ਦੋਸਤੀ ਹੋਈ ਤੇ ਇਹ ਦੋਸਤੀ ਪਿਆਰ ਵਿੱਚ ਬਦਲਣ ਲੱਗੀ। ਉਸ ਦਿਨ ਤੋਂ ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਣ ਲੱਗਾ। ਐਵੇਂ ਹੀ ਚੱਲਦੇ ਚੱਲਦੇ ਸਾਡੀ ਪੜ੍ਹਾਈ ਵੀ ਪੂਰੀ ਹੋ ਗਈ। ਪੜ੍ਹਾਈ ਤੋਂ ਬਾਅਦ ਮੇਰੇ ਘਰ ਵਿੱਚ ਮੇਰੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ। ਫਿਰ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਨਾਲ ਪਾਪਾ ਨੇ ਮੇਰਾ ਵਿਆਹ ਤੈਅ ਕਰ ਦਿੱਤਾ। ਇਹ ਸੁਣ ਕੇ ਮੇਰਾ ਦਿਲ ਘਬਰਾਉਣ ਲੱਗ ਪਿਆ। ਮੈਂ ਤੁਰੰਤ ਰਣਵੀਰ ਨੂੰ ਫੋਨ ਕਰ ਦਿੱਤਾ ਤੇ ਕਿਹਾ ਕਿ ਮੇਰਾ ਦਿਲ ਬਹੁਤ ਘਬਰਾ ਰਿਹਾ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਕਿ ਮੈਂ ਕੀ ਕਰਾਂ। ਫਿਰ ਉਸਨੇ ਹੱਸ ਕੇ ਕਿਹਾ ਕਿ ਤੂੰ ਮੈਨੂੰ ਪਿਆਰ ਕਰਦੀ ਹੈ, ਇਸ ਲਈ ਤੈਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਪਾਪਾ ਨਾਲ ਗੱਲ ਕਿਵੇਂ ਕਰਾਂ। ਤੈਨੂੰ ਕੁਝ ਸਮਝ ਇਸ ਲਈ ਨਹੀਂ ਆ ਰਿਹਾ ਕਿਉਂਕਿ ਤੂੰ ਮੈਨੂੰ ਪਿਆਰ ਕਰਦੀ ਹੈ। ਰਣਵੀਰ ਨੇ ਇਹ ਸਭ ਕੁਝ ਕਹਿੰਦੇ ਮੈਨੂੰ ਪ੍ਰਪੋਜ਼ ਕਰ ਦਿੱਤਾ। ਮੈਂ ਖੁਸ਼ੀ ਵਿੱਚ ਝੂਮਣ ਲੱਗੀ ਤੇ ਜਲਦੀ ਬਾਹਰ ਚਲੀ ਗਈ ਤੇ ਆਪਣੀ ਮਾਂ ਨੂੰ ਲੱਭਣ ਲੱਗ ਪਈ। ਮਾਂ ਆਪਣੇ ਕਮਰੇ ਵਿੱਚ ਬੈਠੀ ਸੀ। ਫਿਰ ਮੈਂ ਸੋਚਿਆ ਕਿ ਮਾਂ, ਰਣਵੀਰ ਨੇ ਮੈਨੂੰ ਪ੍ਰਪੋਜ਼ ਕੀਤਾ ਹੈ, ਇਸ ਲਈ ਜਿਹੜਾ ਵੀ ਰਿਸ਼ਤਾ ਤੁਸੀਂ ਮੇਰੇ ਲਈ ਤੈਅ ਕੀਤਾ ਹੈ ਮੈਂ ਉੱਥੇ ਵਿਆਹ ਨਹੀਂ ਕਰਵਾਵਾਂਗੀ, ਬਲਕਿ ਰਣਵੀਰ ਨਾਲ ਵਿਆਹ ਕਰਵਾਵਾਂਗੀ। ਉਹ ਮੇਰੀ ਹੀ ਕਲਾਸ ਵਿੱਚ ਪੜ੍ਹਦਾ ਹੈ। ਇਹ ਗੱਲ ਸੁਣ ਕੇ ਮੇਰੀ ਮਾਂ ਨੇ ਜ਼ੋਰ ਦੀ ਥੱਪੜ ਮੇਰੇ ਮੂੰਹ 'ਤੇ ਮਾਰਿਆ ਤੇ ਕਹਿੰਦੀ, ਅੱਛਾ, ਤੂੰ ਹੁਣ ਸਾਡੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਵਾਵੇਂਗੀ? ਇਹ ਤਾਂ ਕਦੀ ਭੁੱਲ ਕੇ ਵੀ ਨਾ ਸੋਚੀ। ਮਾਂ ਦਾ ਇਹ ਰਵੱਈਆ ਵੇਖ ਕੇ ਮੈਂ ਬਹੁਤ ਦੁਖੀ ਹੋਈ
ਕਿਉਂਕਿ ਉਸਨੇ ਅੱਜ ਤੱਕ ਮੇਰੇ ਉੱਤੇ ਕਦੀ ਹੱਥ ਨਹੀਂ ਸੀ ਚੁੱਕਿਆ। ਮੈਂ ਰੋਂਦੀ ਰੋਂਦੀ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਰਾਤ ਨੂੰ ਜਦੋਂ ਪਾਪਾ ਘਰ ਆਏ ਤਾਂ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਤਾਂ ਮਾਂ ਨੇ ਉਹਨਾਂ ਨੂੰ ਮੇਰੇ ਬਾਰੇ ਦੱਸਿਆ। ਫਿਰ ਪਾਪਾ ਮੇਰੇ ਕਮਰੇ ਵਿੱਚ ਆਏ ਤਾਂ ਮੈਨੂੰ ਪੁੱਛਣ ਲੱਗੇ ਕਿ ਤੂੰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ। ਉਹਨਾਂ ਨੂੰ ਵੇਖ ਕੇ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਸਾਰੀ ਗੱਲ ਦੱਸੀ। ਪਾਪਾ ਕਹਿੰਦੇ, ਪੁੱਤ, ਪਰ ਮੈਂ ਉਹਨਾਂ ਨੂੰ ਜਵਾਨ ਦੇ ਚੁੱਕਿਆ ਹਾਂ, ਹੁਣ ਤੇਰਾ ਵਿਆਹ ਤਾਂ ਉੱਥੇ ਹੀ ਹੋਵੇਗਾ। ਫਿਰ ਮੈਂ ਪਾਪਾ ਨੂੰ ਕਿਹਾ, ਚਾਹੇ ਕੁਝ ਵੀ ਹੋ ਜਾਏ, ਮੈਂ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ, ਕਿਉਂਕਿ ਮੈਂ ਰਣਵੀਰ ਨੂੰ ਪਸੰਦ ਕਰਦੀ ਹਾਂ ਤੇ ਉਸਦੇ ਨਾਲ ਹੀ ਵਿਆਹ ਕਰਵਾਵਾਂਗੀ। ਇਹ ਸੁਣ ਕੇ ਪਾਪਾ ਕਮਰੇ 'ਚੋਂ ਬਾਹਰ ਚਲੇ ਗਏ। ਮੇਰੀ ਜਿੱਦ ਤੋਂ ਬਾਅਦ ਮੇਰੇ ਘਰ ਵਾਲੇ ਰਣਵੀਰ ਨਾਲ ਵਿਆਹ ਕਰਵਾਉਣ ਲਈ ਮੰਨ ਗਏ। ਕੁਝ ਦਿਨ ਬਾਅਦ ਮੇਰਾ ਤੇ ਰਣਵੀਰ ਦਾ ਵਿਆਹ ਹੋ ਗਿਆ। ਮੈਂ ਰਣਵੀਰ ਦੀ ਦੁਲਹਨ ਬਣ ਕੇ ਉਸਦੇ ਘਰ ਗਈ। ਇਸ ਤੋਂ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਸਿਰਫ ਹੀ ਖੁਸ਼ੀਆਂ ਸਨ। ਰਣਵੀਰ ਨੇ ਉਸਦਾ ਪੂਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਬਹੁਤ ਚੰਗੇ ਇਨਸਾਨ ਸਨ। ਸਾਡੀ ਜ਼ਿੰਦਗੀ ਇੱਦਾਂ ਹੀ ਖੁਸ਼ੀ ਗੁਜ਼ਰ ਰਹੀ ਸੀ। ਪਰ ਵਿਆਹ ਦੇ 3 ਸਾਲ ਬਾਅਦ ਵੀ ਮੇਰੇ ਘਰ ਕੋਈ ਬੱਚਾ ਨਾ ਹੋਇਆ। ਫਿਰ ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ, ਧੀਏ, ਮੈਂ ਚਾਹੁੰਦੀ ਹਾਂ ਕਿ ਆਪਣੇ ਘਰ ਵੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ। ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਚੁੱਕੇ ਹਨ, ਅਜੇ ਤੱਕ ਸਾਡੇ ਘਰ ਪਰਮਾਤਮਾ ਨੇ ਬੱਚੇ ਦੀ ਦਾਤ ਨਹੀਂ ਬਖਸ਼ੀ। ਮੈਂ ਤਾਂ ਚਾਹੁੰਦੀ ਹਾਂ ਕਿ ਤੂੰ ਤੇਰੇ ਰਣਵੀਰ ਦੋਵੇਂ ਜਾਓ ਤੇ ਕਿਸੇ ਵਧੀਆ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਓ। ਫਿਰ ਸਾਡੇ ਵਿਆਹ ਨੂੰ ਹੌਲੀ ਹੌਲੀ 8 ਸਾਲ ਬੀਤ ਗਏ, ਪਰ ਮੈਂ ਮਾਂ ਨਾ ਬਣ ਸਕੀ। ਬੱਚੇ ਦੀ ਕਮੀ ਮੈਨੂੰ ਅੰਦਰੋਂ ਅੰਦਰ ਖਾ ਰਹੀ ਸੀ। ਵੱਡੀ ਤੋਂ ਵੱਡੀ ਖੁਸ਼ੀ ਵੀ ਮੈਨੂੰ ਚੰਗੀ ਨਾ ਲੱਗਦੀ। ਇੱਕ ਦਿਨ ਮੇਰੀ ਸੱਸ ਨੇ ਰਣਵੀਰ ਨੂੰ ਦੂਸਰੇ ਵਿਆਹ ਦੀ ਸਲਾਹ ਦਿੱਤੀ। ਮੈਂ ਚਾਹੁੰਦੀ ਹਾਂ ਕਿ ਸਾਡੇ ਘਰ ਵੀ ਬੱਚਿਆਂ ਦੀਆਂ ਆਵਾਜ਼ਾਂ ਆਉਣ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਔਲਾਦ ਹੀ ਇੱਕ ਮਰਦ ਦੀ ਕਮਜ਼ੋਰੀ ਹੁੰਦੀ ਹੈ। ਇਸ ਲਈ ਨਾ ਚਾਹੁੰਦੇ ਹੋਏ ਵੀ ਰਣਵੀਰ ਦੂਜਾ ਵਿਆਹ ਕਰਾ ਲੈਣਗੇ। ਫਿਰ ਮੈਂ ਵੇਖਿਆ ਕਿ ਮਾਂ ਦੂਜੇ ਵਿਆਹ ਲਈ ਰਣਵੀਰ ਨੂੰ ਮਨਾ ਰਹੀ ਸੀ, ਪਰ ਰਣਵੀਰ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ। ਜਦੋਂ ਮੇਰੀ ਸੱਸ ਨੇ ਜ਼ਿਆਦਾ ਜ਼ੋਰ ਪਾਇਆ ਤਾਂ ਰਣਵੀਰ ਨੇ ਇਸ ਰੋਜ਼ ਦੇ ਕਲੇਸ਼ ਨਾਲੋਂ ਘਰ ਹੀ ਛੱਡ ਦਿੱਤਾ ਤੇ ਅਸੀਂ ਦੋਵੇਂ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਪਏ। ਮੈਂ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੀਆਂ ਸੀ ਕਿ ਮਾਂ, ਰਣਵੀਰ ਮੈਨੂੰ ਬਹੁਤ ਪਿਆਰ ਕਰਦਾ ਹੈ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਮੈਂ ਉਸਨੂੰ ਬੱਚੇ ਦਾ ਸੁੱਖ ਨਹੀਂ ਦੇ ਸਕੀ। ਸਾਡੇ ਘਰ ਵਾਲੇ ਉਸਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸੀ, ਪਰ ਉਹ ਮੈਨੂੰ ਬੇਹੱਦ ਪਿਆਰ ਕਰਦਾ ਹੈ। ਇਸ ਲਈ ਉਹਨਾਂ ਨੇ ਆਪਣੇ ਘਰ ਵਾਲਿਆਂ ਦੀ ਕੋਈ ਗੱਲ ਨਾ ਮੰਨੀ। ਹਰ ਰੋਜ਼ ਸਾਡੇ ਘਰ ਇਸ ਗੱਲ ਦਾ ਝਗੜਾ ਹੁੰਦਾ ਸੀ। ਇਸ ਲਈ ਅਸੀਂ ਦੋਨਾਂ ਨੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ। ਇੱਥੇ ਅਸੀਂ ਬਹੁਤ ਸਕੂਨ ਦੀ ਜ਼ਿੰਦਗੀ ਜੀ ਰਹੇ ਹਾਂ। ਮਾਂ ਨੇ ਕਿਹਾ, ਚਲੋ ਫਿਰ ਤਾਂ ਵਧੀਆ ਗੱਲ ਹੈ। ਤੇਰੀ ਪਸੰਦ ਬਹੁਤ ਵਧੀਆ ਹੈ। ਤੂੰ ਆਪਣੀ ਜ਼ਿੰਦਗੀ ਦਾ ਫੈਸਲਾ ਬਹੁਤ ਸੋਚ ਸਮਝ ਕੇ ਲਿਆ। ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਸਾਡੀ ਪਤੀ ਪਤਨੀ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ। ਸਾਨੂੰ ਇੱਦਾਂ ਲੱਗਦਾ ਸੀ ਕਿ ਜਿਵੇਂ ਅਸੀਂ ਦੋਵੇਂ ਇੱਕ ਦੂਜੇ ਦੇ ਲਈ ਹੀ ਬਣੇ ਹੋਈਏ। ਹੁਣ ਰਣਵੀਰ ਦਾ ਪਿਆਰ ਤੇ ਮੇਰੇ ਪ੍ਰਤੀ ਇੰਨਾ ਲਗਾਅ ਵੇਖ ਕੇ ਕਦੀ-ਕਦੀ ਤਾਂ ਮੈਂ ਸੋਚਦੀ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ਨਸੀਬ ਔਰਤ ਹਾਂ, ਜਿਸ ਨੂੰ ਇੰਨਾ ਚੰਗਾ ਘਰਵਾਲਾ ਮਿਲਿਆ। ਪਰ ਅਚਾਨਕ ਰਣਵੀਰ ਦੇ ਸੁਭਾਅ ਵਿੱਚ ਬਦਲਾਅ ਆਉਣ ਲੱਗ ਪਿਆ ਤੇ ਉਹ ਮੈਨੂੰ ਬੱਚਾ ਨਾ ਹੋਣ ਤੇ ਤਾਨੇ ਮਿਹਣੇ ਦੇਣ ਲੱਗ ਪਿਆ ਤੇ ਇੱਕ ਦਿਨ ਤਾਂ ਉਹਨਾਂ ਨੇ ਝਗੜਾ ਕਰਦੇ ਮੈਨੂੰ ਘਰੋਂ ਹੀ ਕੱਢ ਦਿੱਤਾ ਤੇ ਮੈਨੂੰ ਤਲਾਕ ਵੀ ਦੇ ਦਿੱਤਾ। ਫਿਰ ਬਾਹਰੋਂ ਅਚਾਨਕ ਇੱਕਦਮ ਕੁਝ ਡਿੱਗਣ ਦੀ ਆਵਾਜ਼ ਆਈ। ਓਹੋ, ਮੈਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ। ਉਹ ਦਿਨ ਯਾਦ ਕਰਕੇ ਤਾਂ ਫਿਰ ਮੇਰਾ ਸਿਰ ਫਟਣ ਲੱਗ ਪਿਆ ਤੇ ਮੈਂ ਕਮਰੇ 'ਚੋਂ ਬਾਹਰ ਆ ਕੇ ਸੋਫੇ ਉੱਪਰ ਬੈਠ ਗਈ। ਹੁਣ ਮੈਂ ਪਹਿਲਾਂ ਵਾਲੀ ਪ੍ਰੀਤ ਨਹੀਂ ਸੀ, ਜੋ ਛੋਟੀ ਜਿਹੀ ਗੱਲ 'ਤੇ ਸਾਰਾ ਘਰ ਸਿਰ 'ਤੇ ਚੁੱਕ ਲੈਂਦੀ ਸੀ। ਹੁਣ ਤਾਂ ਮੈਂ ਤਲਾਕ ਵਰਗਾ ਬੋਝ ਵੀ ਆਪਣੇ ਸਿਰ 'ਤੇ ਚੁੱਕ ਕੇ ਬੈਠੀ ਹਾਂ। ਮੇਰਾ ਉਤਰਿਆ ਹੋਇਆ ਚਿਹਰਾ ਵੇਖ ਕੇ ਮੇਰੀ ਮਾਂ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਨੇ ਮੈਨੂੰ ਰੋਟੀ ਖਾਣ ਨੂੰ ਫੜਾਈ ਤੇ ਅਸੀਂ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ। ਅਗਲੇ ਦਿਨ ਜਦੋਂ ਸਾਡੀ ਨੌਕਰਾਣੀ ਘਰ ਆਈ ਤਾਂ ਮੈਨੂੰ ਇਕੱਲੀ ਵੇਖ ਕੇ ਉਸਨੇ ਫਿਰ ਉਹ ਗੱਲ ਛੇੜ ਲਈ, ਪਰ ਅੱਜ ਦੀ ਗੱਲ ਉਸਦੀ ਬਹੁਤ ਸਖਤ ਸੀ। ਉਸਨੇ ਕਿਹਾ, ਤੇਰੀ ਮਾਂ ਨਹੀਂ ਬਲਕਿ ਇੱਕ ਡੈਣ ਹੈ, ਜਿਸਨੇ ਇਹ ਸਭ ਕੁਝ ਤੇਰੇ ਨਾਲ ਕੀਤਾ ਤੇ ਤੂੰ ਬੇਔਲਾਦ ਰਹਿ ਗਈ।
ਤੇ ਤੇਰੇ ਪਤੀ ਨੇ ਤੈਨੂੰ ਤਲਾਕ ਦੇ ਦਿੱਤਾ। ਇਸ ਤੋਂ ਅੱਗੇ ਮੈਂ ਉਸ ਤੋਂ ਕੁਝ ਪੁੱਛਦੀ, ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਨੀਲਮ ਨੂੰ ਕਹਿੰਦੀ, ਬਹੁਤ ਕੱਪੜੇ ਜੁੜੇ ਪਏ ਹਨ, ਜਾ ਕੇ ਧੋ ਲੈ। ਪਰ ਮੈਂ ਉਸ ਦਿਨ ਨੀਲਮ ਦੀਆਂ ਗੱਲਾਂ ਸੁਣ ਕੇ ਉਲਝਣ ਵਿੱਚ ਫਸ ਕੇ ਆਖਿਰ ਇਹ ਸਭ ਕੁਝ ਚੱਲ ਕੀ ਰਿਹਾ ਹੈ। ਨੀਲਮ ਬਾਰ-ਬਾਰ ਮਾਂ ਨੂੰ ਦੋਸ਼ੀ ਕਿਉਂ ਠਹਿਰਾ ਰਹੀ ਹੈ? ਸਮਝ ਨਹੀਂ ਆ ਰਿਹਾ ਕੀ ਸੱਚ ਹੈ ਜਾਂ ਝੂਠ। ਜੇਕਰ ਸੱਚ ਹੈ ਤਾਂ ਇੱਦਾਂ ਕਿਵੇਂ ਹੋ ਸਕਦਾ ਹੈ? ਮੇਰੀ ਮਾਂ ਮੇਰੇ ਨਾਲ ਇੱਦਾਂ ਕਿਉਂ ਕਰੇਗੀ? ਮੇਰੀ ਮਾਂ ਨੂੰ ਮੇਰੀਆਂ ਹੀ ਖੁਸ਼ੀਆਂ ਉਜਾੜ ਕੇ ਕੀ ਮਿਲੇਗਾ? ਉਹ ਤਾਂ ਮੈਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੀ ਸੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਸਨ। ਜੇਕਰ ਮੇਰੀ ਮਾਂ ਨੇ ਇਹ ਸਭ ਕੁਝ ਮੇਰੇ ਨਾਲ ਨਹੀਂ ਕੀਤਾ ਤਾਂ ਉਹ ਨੀਲਮ ਨੂੰ ਮੇਰੇ ਕਮਰੇ ਵਿੱਚ ਕਿਉਂ ਨਹੀਂ ਆਉਣ ਦਿੰਦੀ? ਜ਼ਰੂਰ ਨੀਲਮ ਦੇ ਕੋਲ ਕੋਈ ਗਹਿਰਾ ਰਾਜ਼ ਹੋਵੇਗਾ। ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੀ ਮਾਂ ਦਾ ਰਾਜ਼ ਜਾਣ ਕੇ ਹੀ ਰਹਾਂਗੀ, ਪਰ ਇਸ ਤੋਂ ਪਹਿਲਾਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਵੇਰੇ ਜਦੋਂ ਮੈਂ ਕਮਰੇ 'ਚੋਂ ਬਾਹਰ ਨਿਕਲੀ ਤਾਂ ਮੈਨੂੰ ਲੱਗਿਆ ਕਿ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਤੇ ਉਹ ਲੰਮੀ ਪਈ ਹੋਈ ਸੀ। ਮੈਂ ਉਸ ਕੋਲ ਜਾ ਕੇ ਪੁੱਛਿਆ, ਮਾਂ ਮੈਨੂੰ ਲੱਗਦਾ ਤੁਹਾਡੀ ਤਬੀਅਤ ਠੀਕ ਨਹੀਂ। ਤਾਂ ਉਸਨੇ ਕਿਹਾ, ਧੀਏ ਪਤਾ ਨਹੀਂ ਅੱਜ ਸਰੀਰ ਕੁਝ ਢਿੱਲਾ ਜਿਹਾ ਲੱਗ ਰਿਹਾ ਹੈ। ਮੇਰੇ ਦਿਲ 'ਤੇ ਬਹੁਤ ਬੋਝ ਹਨ। ਇੱਦਾਂ ਲੱਗ ਰਿਹਾ ਹੈ ਜਿਵੇਂ ਕਿ ਬਹੁਤ ਵੱਡੀ ਅਣਹੋਣੀ ਹੋਣ ਵਾਲੀ ਹੈ। ਅਜੇ ਅਸੀਂ ਗੱਲਾਂ ਹੀ ਕਰ ਰਹੀਆਂ ਸੀ ਤੇ ਅਚਾਨਕ ਉਹ ਬੇਹੋਸ਼ ਹੋ ਗਏ ਤੇ ਮੈਂ ਉਸ ਨੂੰ ਜਲਦੀ ਹਸਪਤਾਲ ਲੈ ਗਈ। ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਹੈ ਤੇ ਇਹਨਾਂ ਦੇ ਦਿਲ ਦੇ 3 ਵਾਲ ਵੀ ਬੰਦ ਹੋ ਚੁੱਕੇ ਹਨ। ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਵੇਗਾ। ਤੇ ਮੈਂ ਵੀ ਆਪਰੇਸ਼ਨ ਦਾ ਫਾਰਮ ਭਰ ਦਿੱਤਾ। ਪੈਸਿਆਂ ਦੀ ਜ਼ਰੂਰਤ ਸੀ, ਇਸ ਲਈ ਮੈਂ ਪੈਸੇ ਲੈਣ ਲਈ ਘਰ ਆ ਗਈ। ਮੈਂ ਮਾਂ ਦੇ ਕਮਰੇ ਵਿੱਚ ਗਈ, ਅਲਮਾਰੀ ਖੋਲ੍ਹੀ ਤੇ ਉਸ ਵਿੱਚ ਪੈਸੇ ਪਏ ਸੀ, ਨਾਲ ਹੀ ਇੱਕ ਡਾਇਰੀ ਵੀ ਪਈ ਸੀ। ਮੈਨੂੰ ਯਾਦ ਆਇਆ ਕਿ ਮਾਂ ਇੱਕ ਡਾਇਰੀ ਲਿਖਦੀ ਹੁੰਦੀ ਸੀ। ਜਦੋਂ ਵੀ ਮੈਂ ਉਹਨਾਂ ਦੇ ਕੋਲ ਜਾਂਦੀ ਉਹ ਡਾਇਰੀ ਛੁਪਾ ਦਿੰਦੀ ਸੀ। ਅੱਜ ਮੇਰੇ ਕੋਲ ਮਾਂ ਦੀ ਡਾਇਰੀ ਸੀ। ਮਜਬੂਰੀ ਵਿੱਚ ਮੈਂ ਉਸ ਨੂੰ ਗਵਾ ਬੈਠੀ। ਪਹਿਲੇ ਪੰਨੇ 'ਤੇ ਇਹ ਲਿਖਿਆ ਸੀ ਕਿ ਹਰਨਾਮ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ। ਇਹ ਵੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਕਿ ਮੇਰੇ ਮਾਂ ਤੇ ਮੇਰੇ ਪਿਓ ਦੇ ਤਾਂ ਆਪਸ ਵਿੱਚ ਵਧੀਆ ਸੰਬੰਧ ਸਨ। ਫਿਰ ਐਵੇਂ ਕਿਉਂ ਲਿਖਿਆ ਸੀ? ਕੁਝ ਤਾਂ ਗੜਬੜ ਜ਼ਰੂਰ ਹੈ। ਫਿਰ ਮੈਂ ਸੋਚਿਆ ਕਿ ਮੈਂ ਆਪਣੀ ਮਾਂ ਦੀ ਡਾਇਰੀ ਪੜ੍ਹਾਂ। ਜਿਵੇਂ ਹੀ ਮੈਂ ਅੱਗੇ ਡਾਇਰੀ ਪੜ੍ਹਦੀ ਗਈ ਤਾਂ ਅਤੇ ਮੇਰੇ ਦਿਲ ਹੋਰ ਵੀ ਦੁਖੀ ਹੋਣ ਲੱਗਾ। ਮੇਰੀ ਮਾਂ ਨੇ ਲਿਖਿਆ ਸੀ ਕਿ ਮੇਰਾ ਵਿਆਹ ਹਰਨਾਮ ਸਿੰਘ, ਪ੍ਰੀਤ ਦਾ ਪਿਓ, ਨਾਲ ਇੱਕ ਮਜਬੂਰੀ ਕਰਕੇ ਹੋਇਆ। ਅਸੀਂ 6 ਭੈਣਾਂ ਸੀ ਅਤੇ ਮੇਰੇ ਮਾਂ-ਪਿਓ ਬਹੁਤ ਗਰੀਬ ਸਨ, ਜੋ ਕਿ ਸਾਨੂੰ ਪੜ੍ਹਾ ਲਿਖਾ ਨਹੀਂ ਸਕੇ। 2 ਟਾਈਮ ਦੀ ਰੋਟੀ ਵੀ ਮੁਸ਼ਕਲ ਨਾਲ ਮਿਲਦੀ ਸੀ। ਇਸ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਹਰਨਾਮ ਸਿੰਘ ਨਾਲ ਕਰ ਦਿੱਤਾ, ਜੋ ਉਮਰ ਵਿੱਚ ਮੇਰੇ ਤੋਂ ਬਹੁਤ ਵੱਡੇ ਸਨ ਅਤੇ ਇੱਕ ਧੀ ਦਾ ਪਿਓ ਵੀ ਸੀ। ਹਰਨਾਮ ਸਿੰਘ ਨੇ ਪਹਿਲੀ ਰਾਤ ਹੀ 2 ਸਾਲ ਦੀ ਬੱਚੀ ਮੇਰੀ ਗੋਦ ਵਿੱਚ ਬਿਠਾ ਦਿੱਤੀ। ਉਹ ਬੱਚੀ ਬਹੁਤ ਛੋਟੀ ਸੀ, ਜਿਸ ਕਰਕੇ ਮੈਨੂੰ ਉਸ ਦਾ ਖਿਆਲ ਰੱਖਣਾ ਪੈਂਦਾ ਸੀ। ਪਾਲਣ ਪੋਸ਼ਣ ਵੀ ਮੈਨੂੰ ਕਰਨਾ ਪਿਆ। ਮੈਂ ਪ੍ਰੀਤ ਨਾਲ ਨਫ਼ਰਤ ਕਰਦੀ ਸੀ, ਪਰ ਘਰਵਾਲੇ ਦੀ ਖੁਸ਼ੀ ਕਰਕੇ ਮੈਂ ਉਸ ਦਾ ਖਿਆਲ ਰੱਖਦੀ ਸੀ। ਹਰਨਾਮ ਨੇ ਕਿਹਾ ਕਿ ਮੈਨੂੰ ਖੁਸ਼ ਰੱਖਣ ਲਈ ਤੈਨੂੰ ਇਸ ਬੱਚੀ ਦਾ ਧਿਆਨ ਰੱਖਣਾ ਪਵੇਗਾ, ਪਰ ਮੇਰੇ ਆਪਣੇ ਦਿਮਾਗ ਨੇ ਵੀ ਕੰਮ ਕੀਤਾ। ਫਿਰ ਮੈਂ ਪ੍ਰੀਤ ਨੂੰ ਆਪਣੇ ਦਿਲ ਤੋਂ ਅਪਣਾ ਲਿਆ ਅਤੇ ਸਕੀ ਬੇਟੀ ਤੋਂ ਜ਼ਿਆਦਾ ਪਿਆਰ ਕਰਨ ਲੱਗੀ। ਦਿਨ ਐਵੇਂ ਹੀ ਲੰਘਦੇ ਗਏ। ਅਸੀਂ ਪ੍ਰੀਤ ਦੇ ਵਿਆਹ ਬਾਰੇ ਸੋਚਣ ਲੱਗੇ। ਇੱਕ ਦਿਨ ਹਰਨਾਮ ਦਾ ਦੋਸਤ ਆਇਆ ਅਤੇ ਉਹਨਾਂ ਨੇ ਦੱਸਿਆ ਕਿ ਹਰਨਾਮ ਦੀ ਕਰਤੂਤ ਕਰਕੇ ਤੁਹਾਡਾ ਕੋਈ ਵੀ ਸੰਬੰਧ ਠੀਕ ਨਹੀਂ। ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਘਰਵਾਲੀ ਨੇ ਦੱਸਿਆ, ਹਰਨਾਮ ਨੇ ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ਅਤੇ ਤੈਨੂੰ ਮਾਂ ਬਣਨ ਤੋਂ ਰੋਕਣ ਲਈ ਤੁਹਾਡੇ ਖਾਣੇ ਵਿੱਚ ਦਵਾਈ ਮਿਲਾਉਂਦਾ ਰਿਹਾ, ਜਿਸ ਕਰਕੇ ਤੁਸੀਂ ਮਾਂ ਨਹੀਂ ਬਣ ਸਕੇ। ਫਿਰ ਮਨ ਵਿੱਚ ਬਹੁਤ ਸਵਾਲ ਉੱਠੇ ਕਿ ਇਹ ਗੱਲ ਸੱਚ ਹੈ ਕਿ ਹਰਨਾਮ ਨੇ ਮੇਰੇ ਨਾਲ ਵਾਕਿਆ ਹੀ ਇੱਦਾਂ ਕੀਤਾ ਕਿ ਦਵਾਈ ਦੇਣ ਨਾਲ ਹੀ ਮੈਂ ਮਾਂ ਨਹੀਂ ਬਣ ਸਕੀ। ਹੁਣ ਮੈਂ ਇਹ ਸਵਾਲ ਵਾਰ-ਵਾਰ ਮੇਰੇ ਦਿਮਾਗ ਵਿੱਚ ਆ ਰਹੇ ਸੀ। ਮੇਰੀ ਮਾਂ ਦੀ ਡਾਇਰੀ ਨੇ ਮੇਰੀ ਦੁਨੀਆ ਨੂੰ ਹਿਲਾ ਦਿੱਤਾ। ਉਹਨਾਂ ਨੇ ਆਪਣੀ ਧੀ ਦੀ ਖਾਤਰ ਮੇਰੇ ਨਾਲ ਖਿਲਵਾੜ ਕੀਤਾ। ਉਹਨਾਂ ਨੇ ਮੈਨੂੰ ਮਾਂ ਬਣਨ ਤੋਂ ਰੋਕਿਆ। ਮੈਂ ਇਹ ਸਾਰੀ ਡਾਇਰੀ ਨੂੰ ਪੜ੍ਹਦੇ ਹੋਏ ਮੈਂ ਪੜ੍ਹਿਆ ਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਦਵਾਈ ਦਿੱਤੀ, ਜਿਸ ਕਰਕੇ ਮੇਰੀ ਮਾਂ ਨਹੀਂ ਬਣ ਸਕੀ। ਮਾਂ ਨੇ ਲਿਖਿਆ ਕਿ ਮੈਂ ਹਰਨਾਮ ਨੂੰ ਛੱਡ ਕੇ ਬਹੁਤ ਦੂਰ ਚਲੀ ਜਾਵਾਂਗੀ, ਪਰ ਫਿਰ ਮਨ ਵਿੱਚ ਆਇਆ ਜਿਸ ਬੇਟੀ ਕਰਕੇ ਉਹਨਾਂ
ਉਹਨਾਂ ਨੇ ਮੈਨੂੰ ਬਰਬਾਦ ਕੀਤਾ ਹੈ, ਮੈਂ ਵੀ ਉਸਦੀ ਬੇਟੀ ਨੂੰ ਉਸੇ ਤਰ੍ਹਾਂ ਹੀ ਬਰਬਾਦ ਕਰ ਦੇਵਾਂਗੀ। ਉਸੇ ਦਿਨ ਹੀ ਮੈਨੂੰ ਪਤਾ ਲੱਗਾ ਕਿ ਪ੍ਰੀਤ ਨੇ ਆਪਦੇ ਲਈ ਮੁੰਡਾ ਪਸੰਦ ਕਰ ਲਿਆ। ਇਸ ਕਰਕੇ ਮੈਂ ਉਹਨੂੰ ਥੱਪੜ ਵੀ ਮਾਰਿਆ, ਕਿਉਂਕਿ ਮੈਂ ਚਾਹੁੰਦੀ ਸੀ ਕਿ ਉਸਦਾ ਵਿਆਹ ਸਾਡੀ ਮਰਜ਼ੀ ਨਾਲ ਹੋਵੇ ਅਤੇ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਇਹੋ ਜਿਹਾ ਮੁੰਡਾ ਵੀ ਲੱਭ ਲਿਆ ਸੀ ਜੋ ਕਿ ਬਹੁਤ ਸ਼ਰਾਬੀ ਸੀ। ਪਰ ਪ੍ਰੀਤ ਨੇ ਆਪਦੀ ਜਿੱਦ ਵਿੱਚ ਆ ਕੇ ਉਸ ਮੁੰਡੇ ਨਾਲ ਵਿਆਹ ਕੀਤਾ ਜਿਸ ਨੂੰ ਉਹ ਪਿਆਰ ਕਰਦੀ ਸੀ ਅਤੇ ਉਹ ਮੁੰਡਾ ਵੀ ਉਸਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੇਰੀ ਉਮੀਦ ਉੱਤੇ ਪਾਣੀ ਫਿਰ ਗਿਆ ਸੀ, ਕਿਉਂਕਿ ਵਿਆਹ ਤੋਂ ਬਾਅਦ ਪ੍ਰੀਤ ਆਪਦੇ ਘਰ ਬਹੁਤ ਖੁਸ਼ ਸੀ। ਫਿਰ ਮੈਨੂੰ ਇੱਕ ਤਰਕੀਬ ਸੂਝੀ। ਪ੍ਰੀਤ ਨੇ ਜਿਸ ਨਾਲ ਵਿਆਹ ਕੀਤਾ ਸੀ ਉਸ ਦਾ ਘਰ ਸਾਡੇ ਘਰ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸੀ। ਇਸ ਕਰਕੇ ਜਿਹੜੀ ਨੌਕਰਾਣੀ ਪ੍ਰੀਤ ਦੇ ਘਰ ਕੰਮ ਕਰਦੀ ਸੀ, ਮੈਂ ਜਿਵੇਂ ਤਿਵੇਂ ਕਰਕੇ ਉਸਨੂੰ ਆਪਦੇ ਘਰ ਬੁਲਾ ਲਿਆ ਅਤੇ ਉਹਨੂੰ ਬਹੁਤ ਸਾਰੇ ਪੈਸੇ ਦਿੱਤੇ। ਨੌਕਰਾਣੀ ਦੀ ਸਹਾਇਤਾ ਨਾਲ ਉਹ ਗੋਲੀ ਪ੍ਰੀਤ ਦੇ ਖਾਣੇ ਵਿੱਚ ਮਿਲਾਉਣ ਲਈ ਕਿਹਾ, ਜਿਸ ਨਾਲ ਪ੍ਰੀਤ ਕਦੀ ਵੀ ਮਾਂ ਨਾ ਬਣ ਸਕੇ। ਜਿਸ ਤਰ੍ਹਾਂ ਮੈਂ ਮਾਂ ਬਣਨ ਲਈ ਤੜਫਦੀ ਸੀ ਉਸੇ ਤਰ੍ਹਾਂ ਉਹ ਤੜਪੇ ਅਤੇ ਉਸ ਦਾ ਘਰ ਵਾਲਾ ਉਸਨੂੰ ਤਲਾਕ ਦੇ ਦੇਵੇ। ਪ੍ਰੀਤ ਨੂੰ ਬੱਚੇ ਦੀ ਖੁਸ਼ੀ ਤਾਂ ਨਾ ਮਿਲ ਸਕੀ। ਉਸਦੇ ਪਤੀ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਸੀ, ਜਦਕਿ ਉਹ ਤਾਂ ਉਸਨੂੰ ਪਹਿਲਾਂ ਤੋਂ ਵੀ ਜ਼ਿਆਦਾ ਸਾਥ ਦਿੰਦਾ ਹੈ ਅਤੇ ਉਸਦਾ ਖਿਆਲ ਰੱਖਦਾ ਹੈ। ਇਸ ਕਰਕੇ ਮੈਂ ਬਦਲੇ ਦੀ ਅੱਗ ਕਰਕੇ ਇੱਕ ਦਿਨ ਰਣਵੀਰ ਨੂੰ ਘਰੇ ਬੁਲਾ ਲਿਆ ਅਤੇ ਪ੍ਰੀਤ ਦੀ ਝੂਠੀ ਰਿਪੋਰਟ ਉਸਦੇ ਅੱਗੇ ਰੱਖ ਦਿੱਤੀ ਅਤੇ ਮੈਂ ਉਸਨੂੰ ਦੱਸਿਆ ਕਿ ਪ੍ਰੀਤ ਨੇ ਵਿਆਹ ਤੋਂ ਪਹਿਲਾਂ ਕਈ ਵਾਰ ਇਵੋਸ਼ਨ ਕਰਵਾਏ ਹੈ ਅਤੇ ਉਹ ਜਾਣ-ਬੁੱਝ ਕੇ ਕੁਝ ਐਵੇਂ ਦੀਆਂ ਦਵਾਈਆਂ ਲੈਂਦੀ ਹੈ ਜਿਸ ਕਰਕੇ ਉਸਦਾ ਬੱਚਾ ਨਾ ਹੋਵੇ ਅਤੇ ਉਸਨੂੰ ਲੱਗਦਾ ਹੈ ਉਸਦੀ ਖੂਬਸੂਰਤੀ ਢਲ ਜਾਵੇਗੀ ਅਤੇ ਜਦੋਂ ਵੀ ਉਹ ਇੱਥੇ ਆਉਂਦੀ ਹੈ ਤਾਂ ਉਸ ਦੇ ਬਹੁਤ ਸਾਰੇ ਬॉयਫ੍ਰੈਂਡ ਉਸਨੂੰ ਮਿਲਣ ਆਉਂਦੇ ਹਨ। ਇਸ ਕਰਕੇ ਉਹ ਆਪਦੀ ਖੂਬਸੂਰਤੀ ਨੂੰ ਉੱਦਾਂ ਹੀ ਕਾਇਮ ਰੱਖਣਾ ਚਾਹੁੰਦੀ ਹੈ, ਕਿਉਂਕਿ ਉਸਦੇ ਬॉयਫ੍ਰੈਂਡ ਉਸਦੀ ਤਾਰੀਫ ਕਰਨ ਅਤੇ ਉਸ 'ਤੇ ਜਾਨ ਛਿੜਕਣ। ਮੇਰੀ ਗੱਲ ਸੁਣ ਕੇ ਰਣਵੀਰ ਚੁੱਪ ਹੋ ਗਿਆ ਅਤੇ ਰਣਵੀਰ ਨੇ ਕਿਹਾ, ਪਰ ਤੁਸੀਂ ਇਹ ਗੱਲ ਮੈਨੂੰ ਕਿਉਂ ਦੱਸ ਰਹੇ ਹੋ? ਉਹ ਤਾਂ ਤੁਹਾਡੀ ਬੇਟੀ ਹੈ। ਮੈਂ ਰਣਵੀਰ ਨੂੰ ਕਿਹਾ, ਭਾਵੇਂ ਮੈਂ ਪ੍ਰੀਤ ਦੀ ਮਾਂ ਹਾਂ, ਪਰ ਹੁਣ ਮੈਂ ਹੋਰ ਨਹੀਂ ਬਰਦਾਸ਼ਤ ਕਰ ਸਕਦੀ। ਤੈਨੂੰ ਐਵੇਂ ਧੋਖੇ ਵਿੱਚ ਨਹੀਂ ਰੱਖ ਸਕਦੀ, ਕਿਉਂਕਿ ਉਸਦਾ ਮੁੰਡਿਆਂ ਨਾਲ ਘੁੰਮਣਾ, ਮੁੰਡਿਆਂ ਨਾਲ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਅਤੇ ਮੈਂ ਹੁਣ ਉਹ ਬਰਦਾਸ਼ਤ ਨਹੀਂ ਕਰ ਸਕਦੀ। ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਤੈਨੂੰ ਇਹ ਦੱਸਿਆ ਤਾਂ ਕਿ ਤੂੰ ਉਸਨੂੰ ਸਮਝਾ ਸਕੇ। ਇਸ ਵਾਰ ਤੀਰ ਟਿਕਾਣੇ 'ਤੇ ਲੱਗਾ ਤੇ ਰਣਵੀਰ ਨੇ ਪ੍ਰੀਤ ਨੂੰ ਤਲਾਕ ਦੇ ਦਿੱਤਾ ਅਤੇ ਮੇਰਾ ਬਦਲਾ ਪੂਰਾ ਹੋ ਗਿਆ। ਪਰ ਪਤਾ ਨਹੀਂ ਕਿਉਂ ਇਹ ਬਦਲਾ ਪੂਰਾ ਕਰਕੇ ਵੀ ਮੇਰੇ ਮਨ ਨੂੰ ਸਕੂਨ ਨਹੀਂ ਮਿਲਿਆ। ਮੇਰੀ ਮਮਤਾ ਬਰਬਾਦ ਹੋ ਗਈ ਕਿ ਭਾਵੇਂ ਹੀ ਮੈਂ ਉਸਦੀ ਮਾਂ ਨਹੀਂ ਹਾਂ, ਪਰ ਮੈਂ ਉਹਨੂੰ ਆਪਦੀ ਬੇਟੀ ਦੀ ਤਰ੍ਹਾਂ ਪਾਲਿਆ ਸੀ। ਮੈਂ ਜਿਵੇਂ ਜਿਵੇਂ ਪ੍ਰੀਤ ਨੂੰ ਵੇਖਦੀ ਹਾਂ ਮੇਰੇ ਦਿਲ 'ਤੇ ਦਰਦ ਹੋਣ ਲੱਗ ਪੈਂਦਾ ਹੈ। ਮੈਂ ਬਹੁਤ ਗਲਤ ਕੀਤਾ ਹੈ। ਇੱਕ ਮਰਦ ਦੀ ਸਜ਼ਾ ਉਸਦੀ ਧੀ ਨੂੰ ਦੇ ਦਿੱਤੀ। ਜੀ ਕਰਦਾ ਹੈ ਕਿ ਮਰ ਜਾਵਾਂ ਅਤੇ ਪ੍ਰੀਤ ਤੋਂ ਮਾਫ਼ੀ ਵੀ ਨਹੀਂ ਮੰਗ ਸਕਦੀ। ਅੱਗੇ ਵੇਖਿਆ ਤਾਂ ਡੈਰੀ ਖਾਲੀ ਸੀ। ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਕਿ ਇਹ ਸਭ ਕੀ ਹੋ ਗਿਆ ਮੇਰੇ ਨਾਲ। ਮੈਂ ਆਪਦੀਆਂ ਅੱਖਾਂ ਵਿੱਚ ਅੱਥਰੂ ਪੂੰਝੇ ਤੇ ਹਸਪਤਾਲ ਜਾਂਦਿਆਂ ਹੀ ਮੈਨੂੰ ਪਤਾ ਲੱਗਾ ਕਿ ਮਾਂ ਇਸ ਦੁਨੀਆ 'ਤੇ ਨਹੀਂ ਰਹੀ। ਮੈਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੀ ਮਾਂ ਨੂੰ ਦਿਲ ਤੋਂ ਮਾਫ਼ ਕਰ ਦਿੱਤਾ ਸੀ। ਸ਼ਾਇਦ ਉਹਨਾਂ ਦੀ ਵੀ ਗਲਤੀ ਨਹੀਂ ਸੀ, ਗਲਤੀ ਤਾਂ ਪਿਤਾ ਦੀ ਸੀ ਜਿਨ੍ਹਾਂ ਨੇ ਉਹਨਾਂ ਨਾਲ ਧੋਖਾ ਕੀਤਾ ਅਤੇ ਉਸ ਕਰਕੇ ਪਾਪਾ ਆਪਦੇ ਕੀਤੇ ਦੀ ਸਜ਼ਾ ਕਰਕੇ ਬਿਸਤਰ 'ਤੇ ਹੀ ਪਏ ਰਹਿੰਦੇ ਹਨ। ਕੁਝ ਦਿਨਾਂ ਬਾਅਦ ਮੈਂ ਉਹ ਡੈਰੀ ਰਣਵੀਰ ਨੂੰ ਵਿਖਾਈ। ਰਣਵੀਰ ਨੂੰ ਉਹ ਡੈਰੀ ਪੜ੍ਹ ਕੇ ਫੁੱਟ-ਫੁੱਟ ਕੇ ਰੋਣ ਲੱਗਾ ਤੇ ਉਸਨੂੰ ਆਪਦੇ 'ਤੇ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਉਹਨਾਂ ਨੇ ਫਿਰ ਦੁਬਾਰਾ ਤੋਂ ਮੈਨੂੰ ਅਪਣਾ ਲਿਆ, ਕਿਉਂਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਸੀ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਜੇ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ। ਧੰਨਵਾਦ ਜੀ।